ਇਕੱਲੀ ਐਜੂਕੇਸ਼ਨ ਨੂੰ ਸਿਰਫ ਕੋਰਸ ਵਰਕ ਥਿਊਰੀ ਵਰਕ ਤੱਕ ਨਾ ਰੱਖੀਏ ਲਿਮਿਟਡ। ਉਹਦੇ ਵਿੱਚ ਜਿਹੜੀ ਇੰਡਸਟਰੀਅਲ ਪੁਆਇੰਟ ਆਫ View ਤੋਂ ਪ੍ਰੈਕਟੀਕਲ ਟ੍ਰੇਨਿੰਗ ਹੈਂਡਸ ਔਨ ਟ੍ਰੇਨਿੰਗ ਦੇਣ ਦੀ ਲੋੜ ਹੈ। ਇਹ ਨਵੀਆਂ ਟੈਕਨੋਲੋਜੀ ਸੀ ਜਿਹੜੀ ਮੈਂ ਹੁਣੇ ਗੱਲ ਕੀਤੀ ਹੈ ਉਹ ਦੇਣੀ ਚਾਹੀਦੀ ਹੈ ਕਿ ਸਾਡੀ ਯੂਨੀਵਰਸਿਟੀ ਜਿਹੜੀਆਂ ਨੈਕਸਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ 23-24 'ਚ ਉਹ ਜਿਹੜਾ ਸਾਰਾ ਉਹ ਨੈਸ਼ਨਲ ਐਜੂਕੇਸ਼ਨ ਪੋਲਿਸੀ ਦੇ ਹਿਸਾਬ ਨਾਲ ਹੀ ਐਡਮਿਸ਼ਨਸ ਕਰੇਗਾ। ਅਸੀਂ ਆਪਣਾ ਸਾਰਾ ਸਿਲੇਬਸ ਕਰਿਕੂਲਮ ਜਿਹੜਾ ਨੈਸ਼ਨਲ ਐਜੂਕੇਸ਼ਨ ਪੋਲਿਸੀ ਦੇ ਹਿਸਾਬ ਨਾਲ ਚੇਂਜ ਕਰ ਲਿਆ। ਜਿਹੜਾ ਥਿਊਰੀ ਵਰਕ ਹੈ ਮੇਨ ਉਹਨੂੰ ਤਕਰੀਬਨ 50% ਕਰ ਦਿੱਤਾ ਔਰ ਜਿਹੜਾ ਬਾਕੀ 50% ਦਾ ਉਹਨਾਂ ਨੇ ਉਹਦੇ ਵਿੱਚ ਤੁਹਾਡੀ ਸਮਰ ਟ੍ਰੇਨਿੰਗ, ਅਪ੍ਰੈਂਟਿਸਸ਼ਿਪ, ਲੈਬੋਰੇਟਰੀ ਵਰਕ, ਪ੍ਰੈਕਟੀਕਲ ਹੈਂਡਸ ਔਨ ਟ੍ਰੇਨਿੰਗ, ਐਬਿਲਿਟੀ ਇਨਹਾਂਸਮੈਂਟ ਪ੍ਰੋਗਰਾਮ, ਸਕਿੱਲ ਇਨਹਾਂਸਮੈਂਟ ਪ੍ਰੋਗਰਾਮ, ਇਹੋ ਜਿਹੇ ਜਿਹੜੇ ਨੇ ਉਹ ਵਿੱਚ ਬਾਕੀ 50% ਜਿਹੜਾ ਉਹ ਇਹ ਕਨਸਟੀਟਿਊਟ ਕਰੇਗਾ ਸਿਲੇਬਸ ਕਰਿਕੂਲਮ ਦਾ। ਅੰਮ੍ਰਿਤਸਰ ਦੇ ਵਿੱਚ G20 ਹੋ ਰਿਹਾ ਹੈ ਤੇ ਇਸ ਨੂੰ ਲੈ ਕੇ ਬਹੁਤ ਸਾਰੀਆਂ ਨਵੇਂ ਬਦਲਾਵ ਦੀਆਂ ਕਿਰਨ ਸਾਹਮਣੇ ਆਈਆਂ ਨੇ। ਕਿਸ ਤਰੀਕੇ ਨਾਲ ਐਜੂਕੇਸ਼ਨ ਸਿਸਟਮ ਨੂੰ ਬਿਹਤਰ ਕੀਤਾ ਜਾ ਸਕਦਾ ਹੈ, ਕਿਉਂਕਿ ਜਿਹੜਾ G20 ਦੇ ਸੈਮੀਨਾਰ ਸੀ ਉਹ ਐਜੂਕੇਸ਼ਨ ਦੇ ਉੱਤੇ ਸੀ। ਤਾਂ ਸਾਡੇ ਨਾਲ ਯੂਨੀਵਰਸਿਟੀ ਦੇ ਡੀਨ ਅਕੈਡਮਿਕ ਅਫੇਅਰਸ ਦੇ ਜਿਹੜੇ ਮੁਖੀ ਨੇ ਸਾਡੇ ਨਾਲ ਮੌਜੂਦ ਨੇ। ਸਰ, ਕੀ ਸਾਹਮਣੇ ਆਏਗਾ, ਕਿਉਂਕਿ ਅਸੀਂ ਬਦਲਾਵ ਦੀ ਇੱਕ ਗੱਲ ਕਰ ਰਹੇ ਹਾਂ ਔਰ ਬਦਲਾਵ ਪ੍ਰਕਿਰਤੀ ਦਾ ਨਿਯਮ ਵੀ ਹੈ। ਜੀ ਦੇਖੋ, ਇਹਦੇ ਵਿੱਚ ਜਿਹੜਾ ਸਾਨੂੰ ਥੀਮ ਮਿਲਿਆ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਉਹ ਇਹ ਸੀ ਕਿ ਅਸੀਂ ਕਿਸ ਤਰੀਕੇ ਨਾਲ ਜਿਹੜੀ ਨਵੀਆਂ ਸਾਡੀਆਂ ਰਿਸਰਚ ਹੋ ਰਹੀ ਹੈ, ਨਵੀਂ ਜਿਹੜੀ ਇਨੋਵੇਸ਼ਨ ਕਰ ਰਹੇ ਹਾਂ ਅਸੀਂ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ, ਉਹਨੂੰ ਇੱਕ ਤਾਂ ਅਸੀਂ ਇੰਡਸਟਰੀ ਤੱਕ ਜਾਂ ਸੁਸਾਇਟੀ ਤੱਕ ਕਿਵੇਂ ਲੈ ਕੇ ਜਾਈਏ। ਇਹ ਸਾਰੀ ਡਿਸਕਸ਼ਨ ਜਿਹੜੀਆਂ ਵੀ ਹੋਈਆਂ 4 ਪੈਨਲ ਦੇ ਵਿੱਚ ਉਹਦਾ ਇੱਕ ਇੰਪੋਰਟੈਂਟ ਪੁਆਇੰਟ ਸੀ। ਅਤੇ ਉਹਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਸਾਰੀ ਦੁਨੀਆ ਜਿਹੜੀ ਹੈ ਉਹ ਕੰਪਿਊਟਰਾਈਜੇਸ਼ਨ, ਡਿਜੀਟਾਈਜੇਸ਼ਨ ਵੱਲ ਚਲੀ ਗਈ ਹੈ। ਅਤੇ ਜਿਹੜੇ ਸਾਡੇ ਕੁਛ ਸੈਕਟਰਸ ਨੇ ਖਾਸ ਤੌਰ 'ਤੇ ਇੰਡੀਆ ਵਿੱਚ, ਜਿਵੇਂ ਐਗਰੀਕਲਚਰ ਸੈਕਟਰ ਹੈ, ਰੀਅਲ ਏਸਟੇਟ ਮਾਰਕੀਟ ਹੈ, ਇਹ ਜਿਹੜੀਆਂ 2 ਮੇਜਰ ਸੈਕਟਰਸ ਹੈਗੇ ਨੇ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਇੰਪਲੋਇਮੈਂਟ ਹੁੰਦੀ ਹੈ। ਪ੍ਰਾਇਮਰੀ ਸੈਕਟਰ ਹੈਗਾ ਸਾਡਾ ਐਗਰੀਕਲਚਰ, ਜਿਹ ਸਭ ਤੋਂ ਜ਼ਿਆਦਾ ਇੰਪਲੋਇਮੈਂਟ ਹੈ, ਅਤੇ ਨੰਬਰ 2 'ਤੇ ਆਉਂਦਾ ਰੀਅਲ ਏਸਟੇਟ ਸੈਕਟਰ ਉਸ ਤੋਂ ਬਾਅਦ, ਜਿਹਦੇ ਵਿੱਚ ਵੀ ਬਹੁਤ ਮੈਸਿਵ ਇੰਪਲੋਇਮੈਂਟ ਹੁੰਦੀ ਹੈ। ਸੋ ਇਹਨਾਂ ਦੋਵੇਂ ਜਿਹੜੇ ਇਹ ਫੀਲਡ ਨੇ ਇਹਨਾਂ ਨੂੰ ਟੈਕਨੋਲੋਜੀ ਡਰਿਵਨ ਕਿਵੇਂ ਕਰਨਾ ਹੈ, ਜਿਹੜੀ ਅੱਜ ਕੱਲ੍ਹ ਦੀ ਸਾਡੀ ਜਿਹਨੂੰ ਇੰਡਸਟਰੀ 4.0 ਕਹਿ ਦਿੰਦੇ ਨੇ, ਜਿਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਾਂਦੀ ਹੈ, ਇੰਟਰਨੈਟ ਆਫ ਥਿੰਗਸ ਆ ਜਾਂਦੀ ਹੈ, ਸੋਸ਼ਲ ਮੀਡੀਆ ਆ ਜਾਂਦੀ ਹੈ, ਕਿ ਕਿਵੇਂ ਇਹ ਨਵੀਂ ਟੈਕਨੋਲੋਜੀ ਦਾ ਜਿਹੜਾ ਲਾਹਾ ਹੈ ਉਹ ਇਹਨਾਂ ਦੋਵਾਂ ਸੈਕਟਰਸ ਨੂੰ ਦਿੱਤਾ ਜਾ ਸਕਦਾ ਹੈ। ਉਹਦੇ ਵਿੱਚ ਸਾਡੇ ਕੋਲ ਐਕਸਪਰਟ ਆਏ ਸੀ ਇੰਟਰਨੈਸ਼ਨਲ ਲੈਵਲ ਦੇ, ਜਿਹੜੇ G20 ਕੰਟਰੀਜ਼ ਦੇ ਹੈਗੇ ਸੀ। ਸਾਡੇ ਕੋਲ ਫਿਨਲੈਂਡ ਤੋਂ ਆਏ ਸੀ, UK ਤੋਂ ਆਏ ਸੀ, USA ਤੋਂ ਆਏ ਸੀ, ਜਾਪਾਨ ਤੋਂ ਆਏ ਸੀ। ਹਰ ਪੈਨਲ ਦੇ ਵਿੱਚ ਵੱਖਰੇ G20 ਕੰਟਰੀਜ਼ ਤੋਂ ਅਲੱਗ-ਅਲੱਗ ਐਕਸਪਰਟ ਆਏ ਹੋਏ ਸੀ। ਇਸ ਤੋਂ ਇਲਾਵਾ ਸਾਡੇ ਇੱਥੋਂ ਦੇ ਵੀ ਜਿਹੜੇ ਮੰਨੇ ਪ੍ਰਮੰਨੇ ਇਹਨਾਂ ਫੀਲਡਸ ਦੇ ਵਿੱਚ ਨੈਸ਼ਨਲ ਐਕਸਪਰਟਸ ਨੇ, ਉਹਨਾਂ ਨੇ ਵੀ ਸ਼ਮੂਲੀਅਤ ਕੀਤੀ। ਔਰ ਤਕਰੀਬਨ ਜਿਹੜਾ ਸਾਰਾ ਇੱਕ ਇਹਦੇ ਵਿੱਚੋਂ ਵਿਊ ਪੁਆਇੰਟ ਨਿਕਲ ਕੇ ਆਇਆ ਉਹ ਇਹੀ ਸੀ ਕਿ ਜਿਹੜਾ ਯੂਨੀਵਰਸਿਟੀ ਹੈ ਅਤੇ ਸੁਸਾਇਟੀ ਹੈ, ਐਜੂਕੇਸ਼ਨਲ ਇੰਸਟੀਟਿਊਸ਼ਨ ਜਾਂ ਅਕੈਡਮੀ ਹੈ ਅਤੇ ਇੰਡਸਟਰੀ ਹੈ, ਉਹਦੇ ਵਿੱਚ ਗੈਪ ਘਟਾਉਣਾ ਚਾਹੀਦਾ। ਉਹ ਜਿਹੜਾ ਇੰਡਸਟਰੀ ਦਾ ਪਾਰਟ ਹੈ ਜਾਂ ਕੰਪੋਨੈਂਟ ਹੈ ਉਹਨੂੰ ਐਜੂਕੇਸ਼ਨ ਦੇ ਵਿੱਚ ਇੰਟੀਗ੍ਰੇਟ ਕਰਨਾ ਚਾਹੀਦਾ। ਅਸੀਂ ਇਕੱਲੀ ਐਜੂਕੇਸ਼ਨ ਨੂੰ ਸਿਰਫ ਕੋਰਸ ਵਰਕ ਥਿਊਰੀ ਵਰਕ ਤੱਕ ਨਾ ਰੱਖੀਏ ਲਿਮਿਟਡ। ਉਹਦੇ ਵਿੱਚ ਜਿਹੜੀ ਇੰਡਸਟਰੀਅਲ ਪੁਆਇੰਟ ਆਫ View ਤੋਂ ਪ੍ਰੈਕਟੀਕਲ ਟ੍ਰੇਨਿੰਗ, ਹੈਂਡਸ ਔਨ ਟ੍ਰੇਨਿੰਗ ਦੇਣ ਦੀ ਲੋੜ ਹੈ। ਇਹ ਨਵੀਆਂ ਟੈਕਨੋਲੋਜੀ ਸੀ ਜਿਹੜੀ ਮੈਂ ਹੁਣੇ ਗੱਲ ਕੀਤੀ ਹੈ ਉਹ ਦੇਣੀ ਚਾਹੀਦੀ ਹੈ। ਸਰ, ਕੀ ਸਮਝਦੇ ਹੋ ਕਿ ਪ੍ਰੈਕਟੀਕਲ ਦਰਾ ਥੋੜ੍ਹੇ ਵਧੇਗਾ, ਕਿਉਂਕਿ ਥਿਊਰੀ ਬਹੁਤ ਹੁੰਦੀ ਹੈ ਅੱਜ ਕੱਲ੍ਹ, ਜਿਹੜੇ ਬੱਚੇ ਵੀ ਨਵੇਂ ਆਉਂਦੇ ਨੇ, ਜਿਹੜੇ ਪਾਸ ਆਊਟ ਵੀ ਹੁੰਦੇ ਨੇ, ਠੀਕ ਹੈ, ਡਿਗਰੀ ਉਹਨਾਂ ਕੋਲ ਹੁੰਦੀ ਹੈ ਪਰ ਸਕਿੱਲ ਨਹੀਂ ਹੋ ਪਾਉਂਦੀ ਉਹਨਾਂ ਜੀ। ਸਰ, ਗੌਰਮੈਂਟ ਆਫ ਇੰਡੀਆ ਨੇ ਹੁਣ ਇੱਕ ਨੈਸ਼ਨਲ ਐਜੂਕੇਸ਼ਨ ਪੋਲਿਸੀ ਕੱਢੀ ਹੈ ਨਵੀਂ, ਜਿਹੜੀ ਕਿ ਅਗੇਨ ਆਈ ਕੈਨ ਸੇ ਵਿਦ ਅ ਮੈਟਰ ਆਫ ਪ੍ਰਾਈਡ ਕਿ ਸਾਡੀ ਯੂਨੀਵਰਸਿਟੀ ਜਿਹੜੀਆਂ ਨੈਕਸਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ 23-24 'ਚ ਉਹ ਜਿਹੜਾ ਸਾਰਾ ਉਹ ਨੈਸ਼ਨਲ ਐਜੂਕੇਸ਼ਨ ਪੋਲਿਸੀ ਦੇ ਹਿਸਾਬ ਨਾਲ ਹੀ ਐਡਮਿਸ਼ਨਸ ਕਰੇਗਾ। ਅਸੀਂ ਆਪਣਾ ਸਾਰਾ ਸਿਲੇਬਸ ਕਰਿਕੂਲਮ ਜਿਹੜਾ ਨੈਸ਼ਨਲ ਐਜੂਕੇਸ਼ਨ ਪੋਲਿਸੀ ਦੇ ਹਿਸਾਬ ਨਾਲ ਚੇਂਜ ਕਰ ਲਿਆ। ਸਾਡੀ ਅਕੈਡਮਿਕ ਕੌਂਸਲ ਦੀ ਮੀਟਿੰਗ ਹੋਣ ਜਾ ਰਹੀ ਹੈ 20 ਤਰੀਕ ਨੂੰ, ਜਿਹਦੇ ਵਿੱਚ ਇਹ ਸਾਰੇ ਅਸੀਂ ਨਵੇਂ ਚੇਂਜਸ ਅਡੋਪਟ ਕਰ ਲਾਂਗੇ ਅਤੇ ਆਉਣ ਵਾਲੇ ਜਿਹੜੇ ਬੈਚਸ ਨੇ ਜਾਂ ਜਿਹੜੇ ਪੜ੍ਹ ਵੀ ਰਹੇ ਨੇ ਉਹਨਾਂ ਨੂੰ ਇਹ ਨਵੀਂ ਐਜੂਕੇਸ਼ਨ ਪੋਲਿਸੀ ਦਾ ਲਾਹਾ ਮਿਲ ਸਕੇਗਾ। ਔਰ ਨੈਸ਼ਨਲ ਐਜੂਕੇਸ਼ਨ ਪੋਲਿਸੀ ਦੇ ਵਿੱਚ ਇਹੀ ਹੈ ਕਿ ਉਹਨਾਂ ਨੇ ਜਿਹੜਾ ਥਿਊਰੀ ਵਰਕ ਹੈ ਮੇਨ ਉਹਨੂੰ ਤਕਰੀਬਨ 50% ਕਰ ਦਿੱਤਾ ਔਰ ਜਿਹੜਾ ਬਾਕੀ 50% ਦਾ ਉਹਨਾਂ ਨੇ ਉਹਦੇ ਵਿੱਚ ਤੁਹਾਡੀ ਸਮਰ ਟ੍ਰੇਨਿੰਗ, ਅਪ੍ਰੈਂਟਿਸਸ਼ਿਪ, ਲੈਬੋਰੇਟਰੀ ਵਰਕ, ਪ੍ਰੈਕਟੀਕਲ ਹੈਂਡਸ ਔਨ ਟ੍ਰੇਨਿੰਗ, ਐਬਿਲਿਟੀ ਇਨਹਾਂਸਮੈਂਟ ਪ੍ਰੋਗਰਾਮ, ਸਕਿੱਲ ਇਨਹਾਂਸਮੈਂਟ ਪ੍ਰੋਗਰਾਮਸ, ਇਹੋ ਜਿਹੇ ਜਿਹੜੇ ਨੇ ਉਹ ਵਿੱਚ ਬਾਕੀ 50% ਜਿਹੜਾ ਉਹ ਇਹ ਕਨਸਟੀਟਿਊਟ ਕਰੇਗਾ ਸਿਲੇਬਸ ਕਰਿਕੂਲਮ ਨੂੰ। ਜਿਹੜਾ G20 ਸੈਮੀਨਾਰ ਹੋਇਆ, ਜਿਹੜੇ ਕੰਟਰੀਜ਼ ਦੇ ਲੋਕ ਹੈ ਉਹਨਾਂ ਨੇ ਤੁਹਾਨੂੰ ਕੀ ਦੱਸਿਆ ਕਿ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਸਰ ਦੇਖੋ, Y20 ਵਿੱਚ ਕਾਫੀ ਕੰਟਰੀਜ਼ ਇਹੋ ਜਿਹੇ ਨੇ ਜਿਹੜੇ ਡਿਵੈਲਪ ਕੰਟਰੀਜ਼ ਨੇ, ਸਪੈਸ਼ਲੀ ਯੂਰੋਪੀਅਨ ਯੂਨੀਅਨ ਦੇ ਕੰਟਰੀਜ਼ ਜਿਹੜੇ ਨੇ ਉਹ ਵੀ G20 ਦਾ ਪਾਰਟ ਹੈ। ਆਸਟ੍ਰੇਲੀਆ ਹੋ ਗਿਆ, USA, UK, ਜਾਪਾਨ,
ਜਿੱਥੋਂ ਇਹ ਸਾਰੇ ਐਕਸਪਰਟ ਆਏ ਹੋਏ ਸੀ। Obviously they are ahead of us in terms of application of technology। ਉਹਨਾਂ ਨੇ ਟੈਕਨੋਲੋਜੀ ਨੂੰ ਸਾਡੇ ਤੋਂ ਪਹਿਲਾਂ ਅਡਾਪਟ ਕਰ ਲਿਆ ਹੋਇਆ ਤੇ ਉਹਨਾਂ ਕੋਲ ਸਾਨੂੰ ਕਾਫੀ ਲਰਨਿੰਗ ਮਿਲੀ ਔਰ ਉਹਨਾਂ ਨੇ ਇਹੀ ਕਿਹਾ ਕਿ ਤੁਹਾਡੀਆਂ ਜਿਹੜੀਆਂ ਕੋਰ ਸਟਰੈਂਥਸ ਨੇ ਜਿਵੇਂ ਐਗਰੀਕਲਚਰਲ ਸੈਕਟਰ ਹੈ ਜਿਵੇਂ ਜਾਂ ਇਹ ਤੁਹਾਡੀਆਂ ਬਹੁਤ ਸਟਰੋਂਗ ਹੈ, ਪਰ ਇਹਨੂੰ ਹੋਰ ਸਟਰੋਂਗ ਕਰਨ ਲਈ ਜੇ ਤੁਸੀਂ ਇਹਦੀ ਬੈਕਬੋਨ ਤੇ ਆਹ ਟੈਕਨੋਲੋਜੀ ਲਓਗੇ ਤੇ ਤੁਹਾਡੇ ਕੋਲ ਤੁਸੀਂ ਜ਼ਿਆਦਾ ਸਸਟੇਨੇਬਲ ਤਰੀਕੇ ਨਾਲ, ਜ਼ਿਆਦਾ ਇਨਵਾਇਰਮੈਂਟਲੀ ਕੌਨਸ਼ੀਅਸ ਤਰੀਕੇ ਨਾਲ, ਇਕੋਲੋਜੀਕਲ ਤਰੀਕੇ ਨਾਲ ਤੁਸੀਂ ਰੀਅਲ ਸਟੇਟ ਐਕਟੀਵਿਟੀ, ਐਗਰੀਕਲਚਰ ਐਕਟੀਵਿਟੀ ਕਰ ਸਕਦੇ ਹੋ ਤਾਂ ਕਿ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਜਨਰੇਸ਼ਨ ਜਿਹੜੀਆਂ ਆ ਰਹੀਆਂ ਨੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਨੇਚਰ ਦੇ ਵਿੱਚ ਇੰਬੈਲੈਂਸ ਨਾ ਕ੍ਰੀਏਟ ਹੋਵੇ। ਕਿਸ ਤਰ੍ਹਾਂ ਦੇ ਬਦਲਾਵ ਨਜ਼ਰ ਆਉਣਗੇ ਔਰ ਆਮ ਜਨਤਾ ਨੂੰ ਇਹਦਾ ਕੀ ਫਾਇਦਾ ਮਿਲਣ ਜਾਊਗਾ ਅਗਰ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਉਣ? ਦੇਖੋ, ਫਾਇਦਾ ਇਹ ਹੈ ਕਿ ਆਉਣ ਵਾਲੇ ਸਮੇਂ 'ਚ ਜਿਵੇਂ ਤੁਸੀਂ ਦੇਖਿਆ ਪਿੱਛੇ ਜੇ ਕੋਵਿਡ-19 ਹੋਇਆ, ਇਹੋ ਜਿਹੀਆਂ ਬੜੀਆਂ ਇਨਸਟੇਬਿਲਿਟੀਜ਼ ਆ ਜਾਂਦੀਆਂ, ਹੁਣ ਵਾਰ ਹੋ ਰਹੀ ਹੈ ਤੇ ਲੋਕਾਂ ਨੂੰ ਆਪਣੇ ਕੰਟਰੀਜ਼ ਛੱਡ ਕੇ ਜਾਣੇ ਪੈ ਜਾਂਦੇ ਨੇ। ਇਹ ਜਿਹੜੇ ਚੈਲੰਜਸ ਨੇ ਇਹਦੇ ਵਿੱਚ ਸਾਨੂੰ ਆਪਣਾ ਜਿਹੜਾ ਸਿਨੈਰੀਓ ਹੈ ਜਿਹੜਾ ਸਾਡੇ ਦਿਮਾਗ 'ਚ ਇੱਕ ਬੈਠਾ ਹੋਇਆ ਹੈ ਕਿ ਸਾਨੂੰ ਨੌਕਰੀ ਮਿਲ ਜਾਏ, ਭਾਵੇਂ ਉਹ ਗੌਰਮੈਂਟ ਦੇ ਦੇ ਜਾਂ ਪ੍ਰਾਈਵੇਟ ਸੈਕਟਰ ਦੇ ਦੇ, ਇਹ ਸਿਨੈਰੀਓ ਚੇਂਜ ਕਰਨਾ ਪਏਗਾ। ਤੁਸੀਂ ਹੁਣ ਕੋਵਿਡ-19 ਤੋਂ ਬਾਅਦ ਹੀ ਦੇਖਿਆ ਕਿ ਲੋਕਾਂ ਨੇ ਘਰੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਹੜੇ ਕੰਮ ਦੀ ਨੌਈਅਤ ਬਦਲ ਗਈ ਹੈ। ਹੁਣ ਉਹ ਕਨਵੈਨਸ਼ਨਲ ਵਰਕਸ ਦੀ ਬਜਾਏ ਦ ਮੋਰ ਫੋਕਸ ਇਜ਼ ਔਨ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਕਿ ਤੁਸੀਂ ਜੌਬ ਸੀਕਰ ਨਾ ਬਣੋ, ਤੁਸੀਂ ਜੌਬ ਕ੍ਰੀਏਟਰ ਬਣੋ ਜਾਂ ਆਪਣੇ ਆਪ 'ਚ ਯੂ ਸ਼ੁੱਡ ਬੀ ਐਨ ਐਂਟਰਪ੍ਰਾਈਜ਼ ਇਨ ਯੋਰਸੈਲਫ ਕਿ ਲੋਕੀ ਤੁਹਾਡੇ ਕੋਲ ਆਉਣ, ਤੁਹਾਨੂੰ ਨੌਕਰੀ ਮੰਗਣੀ ਨਹੀਂ ਜਾਣੀ ਪਏ। ਸੋ ਇਹ ਬੜਾ ਵੱਡਾ ਬਦਲਾਅ ਆਏਗਾ ਵਰਕ ਕਲਚਰ ਦੇ ਵਿੱਚ ਐਂਡ ਅਸੀਂ ਚਾਹੁੰਦੇ ਕਿ ਸਾਡੀ ਐਜੂਕੇਸ਼ਨ ਵੀ ਉਸ ਨਵੇਂ ਵਰਕ ਕਲਚਰ ਨੂੰ ਰਿਸਪੌਂਡ ਕਰੇ। ਤਾਂ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਆਯੋਜਨ ਦੇ ਨਾਲ ਕੁਝ ਨਵਾਂ ਬਦਲਾਅ ਥੱਲੇ ਐਜੂਕੇਸ਼ਨ ਸੈਕਟਰ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ? ਬਿਲਕੁਲ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅਸੀਂ ਤਾਂ ਸ਼ੁਰੂ ਕਰ ਹੀ ਦਿੱਤਾ ਨੈਸ਼ਨਲ ਐਜੂਕੇਸ਼ਨ ਪਾਲਿਸੀ 'ਚ। ਅਸੀਂ ਹੁਣ ਇਹ ਜਿਹੜੇ ਸਾਡੇ ਸੈਸ਼ਨਸ ਹੋਏ ਨੇ ਇਹਦੇ ਵਿੱਚੋਂ ਅਸੀਂ ਇੱਕ ਪਾਲਿਸੀ ਡਾਕੂਮੈਂਟ ਤਿਆਰ ਕੀਤਾ ਹੈ ਸਪੈਸ਼ਲੀ। ਇੱਕ ਤਾਂ ਜਨਰਲ ਪਾਲਿਸੀ ਡਾਕੂਮੈਂਟ ਹੈ, ਉਹਦੇ ਵਿੱਚ ਐਜੂਕੇਸ਼ਨ ਲੈਵਲ 'ਤੇ ਕੀ ਬਦਲਾਅ ਆਉਣੇ ਚਾਹੀਦੇ, ਕੀ ਚੇਂਜਸ ਆਉਣੇ ਚਾਹੀਦੇ ਨੇ, ਉਹ ਅਸੀਂ ਹੁਣ ਫੋਲੋਅਪ ਕਰਾਂਗੇ। ਅਸੀਂ ਇਹਨਾਂ G20 ਕੰਟਰੀਜ਼ ਨਾਲ ਕੋਲੈਬੋਰੇਸ਼ਨ ਕਰਾਂਗੇ, ਉਹਨਾਂ ਨਾਲ ਸਟੂਡੈਂਟ ਲੈਵਲ 'ਤੇ, ਫੈਕਲਟੀ ਲੈਵਲ 'ਤੇ ਤੇ ਈਵਨ ਇੰਡਸਟਰੀ ਲੈਵਲ 'ਤੇ ਵੀ ਕੋਲੈਬੋਰੇਟ ਕਰਕੇ ਅਸੀਂ ਓਬਵੀਅਸਲੀ ਆਪਣਾ ਜਿਹੜਾ ਐਜੂਕੇਸ਼ਨ ਸਿਸਟਮ ਉਹਨੂੰ ਬਿਲਕੁਲ ਇੱਕ ਨਵੇਂ ਸਿਰੇ ਤੋਂ ਨਵੀਂ ਦਿਸ਼ਾ ਦੇਵਾਂਗੇ। ਸ਼ੁਕਰੀਆ। ਤਾਂ ਇਹ ਇੱਕ ਜੋ ਬਦਲਾਵ ਦੀ ਕਿਰਨ ਸਾਹਮਣੇ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਨਾਲ ਥੱਲੇ ਐਜੂਕੇਸ਼ਨ ਪਾਲਿਸੀ 'ਚ ਬਦਲਾਵ ਕੀਤਾ ਜਾਏਗਾ, ਕਿਉਂਕਿ ਜਿਸ ਤਰੀਕੇ ਨਾਲ ਗੱਲਾਂ ਸਾਹਮਣੇ ਆਈਆਂ ਨੇ ਉਹਨਾਂ ਨੇ ਦੱਸਿਆ ਕਿ ਜਿਹੜੇ G20 ਨੇਸ਼ਨ ਨੇ ਉਹ ਸਾਡੇ ਨਾਲੋਂ ਕਾਫੀ ਅੱਗੇ ਨੇ, ਲੇਕਿਨ ਜ਼ਰੂਰਤ ਹੈ ਕਿ ਅਸੀਂ ਵੀ ਉਹਨਾਂ ਦੇ ਬਰਾਬਰ ਪਹੁੰਚੀਏ। ਇਸ ਕਰਕੇ ਇੱਕ ਪਾਲਿਸੀ ਤਿਆਰ ਕੀਤੀ ਗਈ ਹੈ ਜਿਸ ਨੂੰ ਕਿ ਜਲਦ ਇੰਪਲੀਮੈਂਟ ਕੀਤਾ ਜਾਏਗਾ। ਇਸ ਤੋਂ ਇਲਾਵਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਉਸ ਨੂੰ ਵੀ ਲਿਆਇਆ ਜਾ ਰਿਹਾ ਔਰ ਆਉਣ ਵਾਲੇ ਸਮੇਂ 'ਚ ਸਕਿੱਲ ਨੂੰ ਹੋਰ ਡਿਵੈਲਪ ਕੀਤਾ ਜਾਏਗਾ। ਜਿਹੜੀ ਥਿਊਰੀ ਜਿਹੜੀ ਬੱਚੇ ਅਕਸਰ ਪੜ੍ਹਦੇ ਨੇ ਤਾਂ ਕਈ ਵਾਰ ਅਸੀਂ ਦੇਖਦੇ ਹਾਂ ਕਿ ਬੱਚੇ ਪੜ੍ਹਾਈ 'ਚ ਤਾਂ ਪੂਰੇ ਨਿਪੁੰਨ ਹੁੰਦੇ ਨੇ, ਲੇਕਿਨ ਜਦੋਂ ਜੌਬ ਸੈਕਟਰ 'ਚ ਜਾਂਦੇ ਨੇ ਤਾਂ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਲੇਕਿਨ ਹੁਣ ਪ੍ਰੈਕਟੀਕਲ ਨੌਲੇਜ ਨੂੰ ਵੀ ਨਾਲ ਜੋੜਿਆ ਜਾਏਗਾ ਤਾਂ G20 ਦੇ ਨਾਲ ਇਹ ਸੂਬੇ ਦਾ ਸਿੱਖਿਆ ਦਾ ਮਿਆਰ ਹੁਣ ਕੁਝ ਬਦਲਦਾ ਹੋਇਆ ਨਜ਼ਰ ਆਏਗਾ, ਜੋ ਕਿ ਆਉਣ ਵਾਲੇ ਸਟੂਡੈਂਟਸ ਵਾਸਤੇ ਬਿਹਤਰ ਹੋਏਗਾ ਤਾਂ ਕਿ ਲੋਕ ਆਪਣਾ ਇੱਕ ਅੱਛਾ ਬਿਜ਼ਨਸ ਕਰ ਸਕਣ, ਆਪਣੇ ਆਪ ਨੂੰ ਇੱਕ ਐਂਟਰਪ੍ਰੈਨਿਓਰ ਬਣਾ ਸਕਣ। ਕੈਮਰਾਮੈਨ ਅਜਿਤ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।